ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਨਾਨਕ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਜਿਸ ਨੂੰ ਗੁਰੂ ਨਾਨਕ ਦਾ ਨਾਮ ਮਿਲ ਗਿਆ, ਉਸ ਦਾ ਇਸ ਦੁਨੀਆ ਤੇ ਆਏ ਦਾ ਮੁੱਲ ਪੈ ਜਾਵੇਗਾ। ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੰਗਲ ਵਿੱਚ ਬਿਰਾਜਮਾਨ ਹਨ। ਇੱਕ ਸੇਠ ਨੇ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਪੁੱਛਿਆ, ਸੱਚੇ ਪਾਤਸ਼ਾਹ, ਮੈਨੂੰ ਬਹੁਤ ਹੈਰਾਨੀ ਹੋ ਰਹੀ ਹੈ। ਆਪ ਜੀ ਸੰਘਣੇ ਜੰਗਲ ਵਿੱਚ ਬੈਠੇ ਹੋ, ਆਪ ਜੀ ਦੇ ਪ੍ਰਸ਼ਾਦੇ ਦਾ ਕੀ ਪ੍ਰਬੰਧ ਹੈ? ਗੁਰੂ ਜੀ ਕਹਿੰਦੇ, ਅਸੀਂ ਅਕਾਲ ਪੁਰਖ ਦੇ ਬੰਦੇ ਹਾਂ, ਸਾਡਾ ਫਿਕਰ ਅਕਾਲ ਪੁਰਖ ਨੂੰ ਹੈ, ਤੂੰ ਆਪਣਾ ਫਿਕਰ ਕਰ। ਉਹ ਸੇਠ ਗੁਰੂ ਜੀ ਨੂੰ ਕਹਿੰਦਾ, ਗੁਰੂ ਜੀ, ਮੇਰੇ ਦਾਦੇ ਪੜਦਾਦੇ ਨੇ ਬਹੁਤ ਕਮਾਈਆਂ ਕੀਤੀਆਂ ਹਨ, ਮੈਨੂੰ ਤਾਂ ਕੋਈ ਵੀ ਫਿਕਰ ਨਹੀਂ ਹੈ, ਮੈਂ ਤਾਂ ਵਿਹਲਾ ਰਹਿੰਦਾ ਹਾਂ। ਉਹ ਕਹਿੰਦਾ, ਗੁਰੂ ਜੀ, ਤੁਸੀਂ ਮੇਰੇ ਘਰ ਚੱਲੋ, ਮੈਂ ਤੁਹਾਨੂੰ ਆਪਣੇ ਪਿਓ ਦਾਦੇ ਦੀ ਕਮਾਈ ਦਿਖਾਉਂਦਾ ਹਾਂ। ਗੁਰੂ ਜੀ ਕਹਿੰਦੇ, ਸੇਠ, ਤੇਰਾ ਕੀ ਨਾਮ ਹੈ? ਸੇਠ ਕਹਿੰਦਾ, ਜੀ ਮੇਰਾ ਨਾਮ ਹੈ ਦੁਨੀ ਚੰਦ ਲਾਹੌਰ ਵਾਲਾ। ਗੁਰੂ ਜੀ ਕਹਿੰਦੇ, ਮਰਦਾਨਿਆਂ, ਆਪਾਂ ਜਗਤ ਵੈਦ ਹਾਂ, ਆਪਣੇ ਕੋਲ ਚੱਲ ਕੇ ਹਉਮੈ ਦਾ ਮਰੀਜ਼ ਆ ਗਿਆ, ਚੱਲ ਮਰਦਾਨਿਆਂ, ਇਸ ਦੀ ਹਉਮੈ ਦਾ ਇਲਾਜ ਕਰੀਏ। ਚੱਲ ਦੁਨੀ ਚੰਦਾ, ਤੇਰੇ ਘਰੇ ਚੱਲੀਏ। ਦੁਨੀ ਚੰਦ ਦੇ ਘਰੇ ਜਦੋਂ ਬਾਰ ਵਿੱਚ ਪਹੁੰਚੇ, ਫਿਰ ਦੁਨੀ ਚੰਦ ਨੇ ਕਿਹਾ, ਦੇਖੋ ਗੁਰੂ ਜੀ, ਕਿਸੇ ਦੀ 2 ਮੰਜ਼ਲਾ ਹਵੇਲੀ, ਕਿਸੇ ਦੀ 3 ਮੰਜ਼ਲਾ, ਪਰ ਮੇਰੀ ਲਾਹੌਰ ਸ਼ਹਿਰ ਵਿੱਚ 4 ਮੰਜ਼ਲਾ ਹਵੇਲੀ ਹੈ। 1 ਮੰਜ਼ਲ ਮੇਰੇ ਪੜਦਾਦੇ ਨੇ ਪਾਈ, 1 ਮੇਰੇ ਦਾਦੇ ਨੇ ਪਾਈ, 1 ਮੇਰੇ ਪਿਓ ਨੇ ਪਾਈ ਅਤੇ 1 ਮੈਂ ਆਪ ਪਾਈ ਹੈ। ਮੀਂਹ ਆ ਜੇ, ਹਨੇਰੀ ਆ ਜੇ, ਤੂਫਾਨ ਭੁਚਾਲ ਕੁਝ ਵੀ ਆ ਜਾਵੇ, ਇਹ ਹਵੇਲੀ ਇੰਨੀ ਮਜ਼ਬੂਤ ਹੈ ਕਿ ਇਹ ਹਿੱਲ ਨਹੀਂ ਸਕਦੀ। ਗੁਰੂ ਜੀ ਮੁਸਕਰਾਏ ਤੇ ਅੰਦਰ ਚਲੇ ਗਏ। ਜਦੋਂ ਅੰਦਰ ਗਏ ਤਾਂ ਉਹ ਦਿਖਾਉਣ ਲੱਗਾ, ਗੁਰੂ ਜੀ, ਆਹ ਭੋਰਾ ਭਰਿਆ ਪਿਆ ਹੈ ਮਾਇਆ ਨਾਲ, ਪੜਛੱਤੇ ਭਰੇ ਪਏ ਹਨ ਮਾਇਆ ਨਾਲ, ਪੜੋਲੇ ਭਰੇ ਪਏ ਹਨ ਮਾਇਆ ਨਾਲ। ਮੈਂ ਤਾਂ ਚੌਧਰ ਕਰਦਾ ਹਾਂ, ਜੇ ਮੈਂ ਅੱਗ ਮਚਾ ਕੇ ਵੀ ਰੋਟੀਆਂ ਖਾਵਾਂ ਤਾਂ ਵੀ 3 ਜਨਮ ਮਾਇਆ ਮੁੱਕ ਨਹੀਂ ਸਕਦੀ। ਗੁਰੂ ਜੀ ਸਭ ਕੁਝ ਦੇਖਦੇ ਰਹੇ ਅਤੇ ਸੁਣਦੇ ਰਹੇ। ਫਿਰ ਉਹ ਗੁਰੂ ਜੀ ਨੂੰ ਅੰਦਰ ਲੈ ਗਿਆ। ਉੱਥੇ 101 ਪ੍ਰੋਹਤ ਨੂੰ ਸ਼ਰਾਧਾਂ ਦੀ ਰੋਟੀ ਕਰ ਰਿਹਾ ਸੀ। ਉਸਨੇ ਗੁਰੂ ਜੀ ਨੂੰ ਵੀ ਕਿਹਾ, ਤੁਸੀਂ ਵੀ ਬੈਠੋ। ਭਾਈ ਮਰਦਾਨਾ ਜੀ ਨੇ ਦੁਨੀ ਚੰਦ ਨੂੰ ਕਿਹਾ, ਇਹ ਤਾਂ ਜਗਤ ਗੁਰੂ ਹਨ, ਇਹਨਾਂ ਲਈ ਮੰਜੀ ਤੇ ਆਸਣ ਲਾਓ, ਚਾਦਰ ਵਿਛਾਓ। ਦੁਨੀ ਚੰਦ ਕਹਿੰਦਾ, ਦੁਹਾਈ ਰਾਮ ਦੀ, ਇਹ ਦੇਵਤਿਆਂ ਤੋਂ ਉੱਚੇ ਬੈਠਣਗੇ? ਮੇਰੇ ਮਾਤਾ ਪਿਤਾ ਨੇ ਕਿਹਾ ਹੈ ਕਿ ਪ੍ਰੋਹਤਾਂ ਤੋਂ ਵੱਡਾ ਕੋਈ ਨਹੀਂ ਹੁੰਦਾ। ਗੁਰੂ ਜੀ ਕਹਿੰਦੇ, ਮਰਦਾਨਿਆਂ, ਲੜ ਨਾ, ਤੱਪੜ ਤੇ ਬੈਠ ਤੇ ਵੇਖ ਰੰਗ ਕਰਤਾਰ ਦੇ। ਗੁਰੂ ਜੀ ਤੱਪੜ ਤੇ ਬੈਠ ਗਏ। ਪ੍ਰੋਹਤਾਂ ਮੂਹਰੇ ਥਾਲ ਪਰੋਸੇ ਗਏ। ਇੱਕ ਪੰਡਤ ਉੱਠ ਕੇ ਅਰਦਾਸ ਕਰਨ ਲੱਗਾ। ਦੁਨੀ ਚੰਦ ਨੇ ਕਿਹਾ ਕਿ ਆਹ ਜਿਹੜੇ ਰਮਤੇ ਸਾਧੂ ਆਏ ਹਨ, ਇਹਨਾਂ ਵਾਸਤੇ ਵੀ ਪ੍ਰਸ਼ਾਦਾ ਲਿਆਓ। ਗੁਰੂ ਜੀ ਅੱਗੇ ਵੀ ਪ੍ਰਸ਼ਾਦਾ ਰੱਖਿਆ ਗਿਆ, ਪਰ ਗੁਰੂ ਜੀ ਨੇ ਨੇਤਰ ਨਾ ਖੋਲੇ। ਦੁਨੀ ਚੰਦ ਨੇ ਕਿਹਾ, ਜੀ ਨੇਤਰ ਖੋਲੋ। ਗੁਰੂ ਜੀ ਕਹਿੰਦੇ, ਇਹ ਕੀ ਹੈ? ਉਹ ਕਹਿੰਦਾ, ਜੀ ਪ੍ਰਸ਼ਾਦਾ। ਗੁਰੂ ਜੀ ਕਹਿੰਦੇ, ਇਹ ਕਿਉਂ ਲਿਆਂਦਾ? ਮੈਂ ਤਾਂ ਤੈਨੂੰ ਕਿਹਾ ਨਹੀਂ ਕਿ ਭੁੱਖ ਲੱਗੀ ਹੈ। ਉਹ ਕਹਿੰਦਾ, ਜੀ ਸ਼ਰਾਧਾਂ ਦੇ ਦਿਨ ਹਨ। ਗੁਰੂ ਜੀ ਕਹਿੰਦੇ, ਸ਼ਰਾਧ? ਉਹ ਕੀ ਹੁੰਦੇ ਹਨ? ਉਹ ਕਹਿੰਦਾ, ਜੀ ਜੇ 15 ਦਿਨ ਪ੍ਰੋਹਤਾਂ ਨੂੰ ਪ੍ਰਸ਼ਾਦਾ ਛਕਾਇਆ ਜਾਵੇ ਤਾਂ ਦਰਗਾਹ ਵਿੱਚ ਪਿੱਤਰਾਂ ਨੂੰ ਮਿਲਦਾ ਹੈ। ਗੁਰੂ ਜੀ ਕਹਿੰਦੇ, ਪਿੱਤਰ ਕੌਣ ਹੁੰਦੇ ਹਨ? ਉਹ ਕਹਿੰਦਾ, ਜੀ ਵੱਡ ਵਡੇਰੇ।
ਗੁਰੂ ਜੀ ਕਹਿੰਦੇ ਕੌਣ ਵੱਡ ਵਡੇਰੇ? ਉਹ ਕਹਿੰਦਾ ਜੀ ਦਾਦਾ ਪੜਦਾਦਾ ਪਿਓ ਜਿਹੜੇ ਮਰ ਗਏ ਉਹਨਾਂ ਨੂੰ ਮਿਲਦਾ ਹੈ। ਗੁਰੂ ਜੀ ਕਹਿੰਦੇ ਪ੍ਰਸ਼ਾਦਾ ਛਕ ਲਓ, ਛਕਣਾ ਚਾਹੀਦਾ ਹੈ। ਇਹ ਰੋਟੀ ਤਾਂ ਹਰੇਕ ਨੇ ਖਾਣੀ ਹੀ ਹੈ, ਇਸ ਦੇ ਬਿਨਾਂ ਸਰ ਨਹੀਂ ਸਕਦਾ। ਪਰ ਗੁਰੂ ਜੀ ਕਹਿੰਦੇ ਝੂਠ ਮਾਰ ਕੇ ਨਾ ਖਾਓ, ਕੋਈ ਪਿੱਤਰਾਂ ਨੂੰ ਨਹੀਂ ਮਿਲਦਾ। ਤੁਸੀਂ ਰੋਟੀ ਖਾ ਲਓ, ਇਸ ਵਿੱਚ ਕੋਈ ਹਰਜ ਨਹੀਂ। ਪਰ ਜਿਹੜਾ ਕਹਿੰਦੇ ਹਨ ਕਿ ਪਿੱਤਰਾਂ ਨੂੰ ਮਿਲਦਾ ਹੈ, ਇਹ ਗੱਲ ਝੂਠੀ ਹੈ। ਬਸ ਫੇਰ ਕੀ ਸੀ, ਉੱਥੇ ਸੱਚ ਤੇ ਝੂਠ ਦਾ ਰੌਲਾ ਪੈ ਗਿਆ। ਉਧਰ 101 ਪ੍ਰੋਹਤ ਤੇ ਇੱਧਰ ਗੁਰੂ ਜੀ ਇਕੱਲੇ, ਸ਼ੇਰ, ਮੌਕੇ ਦੇ ਮਾਲਕ, ਅਵਤਾਰ ਬਾਬਾ ਨਾਨਕ ਜੀ ਝੂਠ ਦੇ ਵਿਚਾਲੇ ਜਾ ਕੇ ਖੜ ਗਏ। ਗੁਰੂ ਜੀ ਕਹਿੰਦੇ ਪਿੱਤਰਾਂ ਨੂੰ ਨਹੀਂ ਮਿਲਦਾ। ਪ੍ਰੋਹਤ ਕਹਿੰਦੇ ਜੀ ਮਿਲਦਾ ਹੈ। ਗੁਰੂ ਜੀ ਕਹਿੰਦੇ ਕਿੰਨਵਾਂ ਸ਼ਰਾਧ ਹੈ ਇਹ? ਉਹ ਕਹਿੰਦੇ ਜੀ 7ਵਾਂ ਸ਼ਰਾਧ ਹੈ। ਗੁਰੂ ਜੀ ਕਹਿੰਦੇ ਪੰਡਿਤ ਜੀ ਝੂਠ ਬਿਲਕੁਲ ਵੀ ਨਾ ਬੋਲਿਓ, ਤੁਸੀਂ ਪਿੱਤਰਾਂ ਨੂੰ ਪੁੱਛ ਕੇ ਦੱਸੋ ਕਿ ਉਹਨਾਂ ਨੂੰ ਪ੍ਰਸ਼ਾਦਾ ਮਿਲਿਆ ਜਾਂ ਨਹੀਂ। ਪੰਡਿਤ ਜੀ ਸਮਾਧੀ ਲਾ ਕੇ ਨੇਤਰ ਬੰਦ ਕਰਕੇ ਬੈਠ ਗਏ। ਥੋੜੀ ਦੇਰ ਬਾਅਦ ਨੇਤਰ ਖੋਲ ਕੇ ਤਾੜੀ ਮਾਰ ਕੇ ਹੱਸ ਕੇ ਕਹਿੰਦੇ ਗੁਰੂ ਜੀ ਮੈਂ ਹੁਣੇ ਹੀ ਪਿੱਤਰਾਂ ਨੂੰ ਪੁੱਛ ਕੇ ਆਇਆ ਹਾਂ। ਉਹ ਕਹਿੰਦੇ ਸਾਡਾ ਖੀਰ ਕੜਾ ਖਾਂਦਿਆਂ ਦਾ ਤਾਂ ਮੂੰਹ ਹੀ ਮੁੜਿਆ ਪਿਆ ਹੈ, ਅੱਜ ਤਾਂ ਸਾਨੂੰ ਕੁਝ ਕਰਾਰਾ ਚਾਹੀਦਾ ਹੈ। ਗੁਰੂ ਜੀ ਹੱਸ ਪਏ ਤੇ ਬਚਨ ਕਰਨ ਲੱਗੇ, ਦੁਨੀ ਚੰਦਾ ਇਹ ਸਭ ਝੂਠ ਮਾਰਦੇ ਹਨ, ਤੂੰ ਇਹ ਸ਼ਰਾਧ ਕਿਸ ਦੇ ਕਰ ਰਿਹਾ ਹੈ? ਉਹ ਕਹਿੰਦਾ ਜੀ ਇਹ 7 ਸ਼ਰਾਧ ਮੇਰੇ ਪਿਤਾ ਦੇ ਹਨ। ਗੁਰੂ ਜੀ ਕਹਿੰਦੇ ਇੱਥੋਂ 8 ਕੋਹ ਤੇ ਜੰਗਲ ਦੇ ਵਿੱਚ ਤੇਰਾ ਪਿਤਾ ਬਘਿਆੜ ਬਣਿਆ ਬੈਠਾ ਹੈ। 7 ਦਿਨ ਹੋ ਗਏ ਉਹ ਭੁੱਖਾ ਹੈ, ਉਸ ਨੂੰ ਕੋਈ ਵੀ ਸ਼ਿਕਾਰ ਨਹੀਂ ਮਿਲਿਆ। ਪੰਡਤਾਂ ਨੇ ਇਹ ਗੱਲ ਸੁਣ ਕੇ ਰੌਲਾ ਪਾ ਦਿੱਤਾ ਤੇ ਕਹਿਣ ਲੱਗੇ ਜੰਗਲ ਵਿੱਚ ਕਿਹੜਾ ਗੀਤਾ ਪ੍ਰਕਾਸ਼ ਹੁੰਦੀ ਹੈ, ਜੰਗਲ ਵਿੱਚ ਤਾਂ ਬਘਿਆੜ ਹੀ ਹੁੰਦੇ ਹਨ। ਪਰ ਗੁਰੂ ਜੀ ਨੂੰ ਜਿੱਤਣ ਵਾਲਾ ਤਾਂ ਕੋਈ ਜਨਮਿਆ ਹੀ ਨਹੀਂ। ਗੁਰੂ ਜੀ ਦੁਨੀ ਚੰਦ ਨੂੰ ਕਹਿਣ ਲੱਗੇ ਦੁਨੀ ਚੰਦਾ ਪੰਡਤਾਂ ਨੂੰ ਸ਼ਰਾਧ ਫੇਰ ਹੀ ਖਵਾਈ, ਆ ਪ੍ਰਸ਼ਾਦ ਰੱਖ। ਉਸਨੇ ਗੁਰੂ ਜੀ ਅੱਗੇ ਪ੍ਰਸ਼ਾਦ ਰੱਖਿਆ। ਗੁਰੂ ਜੀ ਨੇ ਪ੍ਰਸ਼ਾਦ ਤੇ ਦ੍ਰਿਸ਼ਟੀ ਪਾਈ ਤੇ ਦੁਨੀ ਚੰਦ ਨੂੰ ਬਚਨ ਕੀਤਾ ਦੁਨੀ ਚੰਦਾ ਇੱਥੋਂ ਚੜ੍ਹਦੀ ਵਾਲੇ ਪਾਸੇ ਵੱਲ ਨੂੰ ਜਾ, ਰਸਤੇ ਵਿੱਚ ਨਦੀ ਆਵੇਗੀ, ਫਿਰ ਲੱਕੜ ਦਾ ਪੁਲ ਪਾਰ ਕਰਕੇ ਅੱਗੇ ਜਾਵੇਂ, ਜੰਗਲ ਦੇ ਵਿੱਚ ਵੱਡੇ ਬਰੋਟੇ ਵੱਲ ਨੂੰ ਜਾਵੇਂ, ਉਸ ਦੇ ਹੇਠਾਂ ਤੇਰਾ ਪਿਓ ਬਘਿਆੜ ਦੀ ਜੂਨ ਵਿੱਚ ਬੈਠਾ ਹੋਵੇਗਾ। ਜਦੋਂ ਤੂੰ ਇਹ ਪ੍ਰਸ਼ਾਦ ਉਸ ਦੇ ਮੂਹਰੇ ਰੱਖਿਆ, ਤੂੰ ਸਾਡੇ ਦਰਸ਼ਨ ਕੀਤੇ ਹਨ ਤੇ ਉਹ ਤੇਰੇ ਦਰਸ਼ਨ ਕਰੇਗਾ। ਫਿਰ ਉਹ ਤੇਰੇ ਨਾਲ ਬੰਦਿਆਂ ਵਾਂਗੂ ਗੱਲਾਂ ਕਰੇਗਾ। ਤੂੰ ਡਰੀ ਨਾ, ਸਾਡਾ ਪਹਿਰਾ ਤੇਰੇ ਨਾਲ ਹੋਵੇਗਾ। ਦੁਨੀ ਚੰਦ ਤੁਰ ਪਿਆ ਤੇ ਉਸ ਦੇ ਨਾਲ ਪ੍ਰੋਹਤ ਵੀ ਦੇਖਣ ਦੇ ਲਈ ਤੁਰ ਪਿਆ। ਜਦੋਂ ਗੁਰੂ ਜੀ ਦੇ ਦੱਸੇ ਅਨੁਸਾਰ ਜੰਗਲ ਵਿੱਚ ਗਏ ਤਾਂ ਖਾਕੀ ਰੰਗ ਦਾ ਬੁੱਢਾ ਬਘਿਆੜ ਚੀਕਾਂ ਮਾਰਦਾ ਹੋਇਆ ਲੇਟ ਰਿਹਾ ਸੀ। ਪ੍ਰੋਹਤ ਕਹਿੰਦਾ ਉਹ ਦੇਖ ਬਘਿਆੜ ਬੈਠਾ ਹੈ, ਮੁੜ ਚੱਲੀਏ। ਦੁਨੀ ਚੰਦ ਕਹਿੰਦਾ ਪਿਤਾ ਜੀ ਮਿਲ ਗਏ। ਪ੍ਰੋਹਤ ਕਹਿੰਦਾ ਪਿਤਾ ਜੀ ਲਾਈ ਹੈ। ਗੁਰੂ ਜੀ ਨੇ ਕਿਹਾ ਇਹ 7 ਦਿਨਾਂ ਦਾ ਭੁੱਖਾ ਹੈ, ਕਿਤੇ ਆਪਣਾ ਸ਼ਿਕਾਰ ਕਰਕੇ ਇਹ ਆਪਾਂ ਨੂੰ ਨਾ ਹਰਿਦੁਆਰ ਪਹੁੰਚਾ ਦੇਵੇ, ਕਿਤੇ ਉਹ ਆਪਣਾ ਹੀ ਸ਼ਰਾਧ ਨਾ ਬਣਾ ਦੇਵੇ। ਆ ਜਾ ਮੁੜ ਚੱਲੀਏ। ਬਾਬਾ ਜੀ ਬਚਨ ਕਰਿਆ ਕਰਦੇ ਹਨ। ਜਿਹੜੇ ਡਰਪੋਕ ਹੁੰਦੇ ਹਨ ਉਹ ਦੂਜਿਆਂ ਦੇ ਦਿਲ ਵਿੱਚ ਵੀ ਡਰ ਪੈਦਾ ਕਰ ਦਿੰਦੇ ਹਨ, ਪਰ ਜਿਹੜੇ ਆਪ ਨਿਰਭੈ ਹੁੰਦੇ ਹਨ ਉਹ ਦੂਜਿਆਂ ਨੂੰ ਵੀ ਨਿਰਭੈ ਕਰ ਦਿੰਦੇ ਹਨ। ਜਦੋਂ ਦੁਨੀ ਚੰਦ ਵਾਪਿਸ ਤੁਰ ਪਿਆ, ਉਸ ਸਮੇਂ ਗੁਰੂ ਜੀ ਨੇ ਜੰਗਲ ਦੇ ਵਿੱਚ ਦੁਨੀ ਚੰਦ ਨੂੰ ਦਰਸ਼ਨ ਦਿੱਤੇ ਤੇ ਕਿਹਾ ਦੁਨੀ ਚੰਦਾ ਡਰ ਗਿਆ ਤੂੰ? ਦੁਨੀ ਚੰਦ ਨੇ ਮੱਥਾ ਟੇਕ ਕੇ ਜਦੋਂ ਮੂੰਹ ਉੱਤੇ ਚੁੱਕਿਆ
ਤਾਂ ਉਸਨੇ ਗੁਰੂ ਜੀ ਨੂੰ ਪੁੱਛਿਆ, ਗੁਰੂ ਜੀ ਤੁਸੀਂ ਮੇਰੇ ਮਗਰ ਆਏ? ਗੁਰੂ ਜੀ ਕਹਿੰਦੇ, ਨਹੀਂ ਦੁਨੀ ਚੰਦਾ, ਕਲਯੁਗ ਦੇ ਵਿੱਚ ਮੇਰੀ ਡਿਊਟੀ ਹੀ ਐਸੀ ਹੈ। ਉੱਤਰ ਦੱਖਣ ਪੂਰਬ ਪੱਛਮ ਚਾਰੇ ਦਿਸ਼ਾਵਾਂ ਵਿੱਚ ਮੇਰਾ ਪਹਿਰਾ ਹੈ। ਜਿੱਥੇ ਵੀ ਕੋਈ ਯਾਦ ਕਰਦਾ ਹੈ ਉੱਥੇ ਹੀ ਮੈਂ ਪ੍ਰਗਟ ਹੋ ਜਾਂਦਾ ਹਾਂ। ਦੁਨੀ ਚੰਦਾ ਦੇਖ, ਮੈਂ ਤੇਰੇ ਪਿੱਛੇ ਵੀ ਹਾਂ, ਸੱਜੇ ਵੀ ਹਾਂ ਤੇ ਖੱਬੇ ਵੀ ਹਾਂ। ਦੁਨੀ ਚੰਦ ਨੇ ਪਿੱਛੇ ਮੁੜ ਕੇ ਦੇਖਿਆ, ਉਧਰ ਵੀ ਗੁਰੂ ਜੀ ਖੜੇ ਹਨ। ਜਿੱਥੇ ਜਾਈਏ ਜਗਤ ਮੈਂ, ਤਿੱਥੇ ਹਰ ਸਾਈਂ, ਅੱਗੇ ਸਭ ਆਪੇ ਵਰਤਦਾ, ਹਰ ਸੱਚਾ ਨਿਆਈ। ਦੁਨੀ ਚੰਦ ਨੇ ਗੁਰੂ ਜੀ ਦਾ ਬਚਨ ਮੰਨ ਕੇ ਪ੍ਰਸ਼ਾਦ ਬਘਿਆੜ ਦੇ ਮੂਹਰੇ ਰੱਖ ਦਿੱਤਾ। ਦੁਨੀ ਚੰਦ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਸਨ ਤੇ ਬਘਿਆੜ ਨੇ ਜਦੋਂ ਦੁਨੀ ਚੰਦ ਦੇ ਦਰਸ਼ਨ ਕੀਤੇ ਤਾਂ ਬਘਿਆੜ ਬੋਲਣ ਲੱਗਾ, ਪੁੱਤਰ ਦੁਨੀ ਚੰਦ ਤੂੰ ਧੰਨ ਹੈ। ਦੁਨੀ ਚੰਦ ਕਹਿੰਦਾ, ਮੈਨੂੰ ਪੁੱਤਰ ਕਹਿਣ ਵਾਲਾ ਤੂੰ ਕੌਣ ਹੈ? ਉਹ ਕਹਿੰਦਾ, ਮੈਂ ਤੇਰਾ ਪਿਓ ਹਾਂ। ਪੁੱਤਰ ਤੂੰ ਛੇਤੀ ਘਰ ਨੂੰ ਜਾ, ਤੇਰੇ ਘਰੇ 6 ਫੁੱਟ ਰੱਬ ਆਇਆ ਹੈ। ਤੂੰ ਜਾ ਤੇ ਉਹਨਾਂ ਤੋਂ ਗੁਰੂ ਮੰਤਰ ਲੈ ਤੇ ਚਰਨ ਪਹੁ ਲੈ ਲਾ। ਉਸਨੇ ਕਿਹਾ, ਬਾਪੂ ਜੀ ਗੁਰਮੰਤਰ ਤਾਂ ਤੁਹਾਡੇ ਕੋਲ ਵੀ ਸੀ, ਹਰੇ ਕ੍ਰਿਸ਼ਨ ਹਰੇ ਰਾਮ, ਫਿਰ ਤੂੰ ਇਸ ਜੁਨੀ ਵਿੱਚ ਕਿਉਂ ਪੈ ਗਿਆ? ਉਹ ਕਹਿੰਦਾ, ਪੁੱਤਰ ਮੈਂ ਤੁਹਾਨੂੰ ਪਾਲਣ ਦੀ ਖਾਤਰ, ਜ਼ਿਆਦਾ ਮਾਇਆ ਦੀ ਖਾਤਰ ਕਦੇ ਕਿਸੇ ਰੱਬ ਵਰਗੇ ਸੰਤਾਂ ਦੀ ਸੰਗਤ ਨਹੀਂ ਕੀਤੀ, ਨਾ ਹੀ ਮੈਂ ਕਿਸੇ ਮਹਾਂਪੁਰਖਾਂ ਦੀ ਮੋਹਰ ਲਵਾ ਕੇ ਗੁਰਮੰਤਰ ਜਪਿਆ ਹੈ। ਮੈਂ ਤਾਂ ਬਸ ਮੋਹ ਦੇ ਜਾਲ ਵਿੱਚ ਫਸ ਕੇ ਸਿਰਫ ਪੈਸੇ ਦੀ ਹੀ ਕਮਾਈ ਕੀਤੀ ਹੈ। ਹਰੇ ਰਾਮ ਹਰੇ ਕ੍ਰਿਸ਼ਨ ਤਾਂ ਮੈਂ ਸਿਰਫ ਗਾਹਕ ਦੇ ਆਉਣ ਤੇ ਹੀ ਕਰਦਾ ਸੀ, ਤਾਂ ਕਿ ਗਾਹਕ ਨੂੰ ਲੱਗੇ ਕਿ ਇਹ ਤਾਂ ਬੜਾ ਧਰਮੀ ਪੁਰਸ਼ ਹੈ। ਮੈਂ ਤੱਕੜੀ ਦਾ ਬੋਦਾ ਪਕੜ ਕੇ ਜਦੋਂ ਹਰੇ ਰਾਮ ਕਹਿੰਦਾ ਸੀ ਤਾਂ ਗਾਹਕ ਅੱਖਾਂ ਮੀਟ ਲੈਂਦਾ ਸੀ ਕਿ ਰੱਬ ਨੂੰ ਮੰਨਣ ਵਾਲਾ ਹੈ, ਪਰ ਉਸ ਸਮੇਂ ਮੈਂ ਸੌਦਾ ਘੱਟ ਤੋਲ ਦਿੰਦਾ ਸੀ, ਜਿਸ ਕਾਰਨ ਹੁਣ ਮੈਂ ਸਜ਼ਾ ਪਾ ਰਿਹਾ ਹਾਂ। ਬਾਬਾ ਈਸ਼ਰ ਸਿੰਘ ਜੀ ਬਚਨ ਕਰਿਆ ਕਰਦੇ ਸਨ, ਸਾਹਮਣੇ ਖਾ ਲੈ ਬੰਦਗੀ, ਲੁਕੋ ਕੇ ਖਾ ਲੈ ਸ਼ਰਮਿੰਦਗੀ, ਚੋਰੀ ਯਾਰੀ ਠੱਗੀ ਕਰਕੇ ਖਾ ਲੈ, ਉਹ ਬਣ ਜਾਂਦਾ ਹੈ ਭਾਈ ਗੰਦਗੀ। ਦੁਨੀ ਚੰਦ ਬਘਿਆੜ ਨੂੰ ਪੁੱਛਣ ਲੱਗਾ, ਪਿਤਾ ਜੀ ਫਿਰ ਤੁਸੀਂ ਕਿਉਂ ਬਘਿਆੜ ਦੀ ਜੂਨ ਵਿੱਚ ਪੈ ਗਏ? ਕਿਸੇ ਹੋਰ ਜੂਨ ਵਿੱਚ ਵੀ ਤਾਂ ਪੈ ਸਕਦੇ ਸੀ। ਉਹ ਕਹਿੰਦਾ, ਪੁੱਤਰ ਮੇਰਾ ਕੋਈ ਗੁਰੂ ਨਹੀਂ ਸੀ ਧਾਰਿਆ, ਇਸ ਲਈ ਮੈਨੂੰ ਕਿਸੇ ਦਾ ਭੈ ਨਹੀਂ ਸੀ। ਇਸ ਲਈ ਮੈਂ ਰੋਜ਼ ਰਾਤ ਨੂੰ ਥੱਕ ਕੇ ਥੋੜੀ ਜਿਹੀ ਸ਼ਰਾਬ ਪੀ ਲੈਂਦਾ ਸੀ। ਜਦੋਂ ਮੇਰਾ ਅੰਤ ਸਮਾਂ ਆਇਆ ਉਦੋਂ ਮੇਰੀ ਸ਼ਰਾਬ ਪੀਤੀ ਹੋਈ ਸੀ ਤੇ ਗੁਆਂਢੀਆਂ ਦੇ ਘਰੇ ਮਾਸ ਬਣਦਾ ਸੀ। ਮੈਨੂੰ ਉਸਦੀ ਮੁਸ਼ਕ ਆਈ ਤੇ ਮੇਰਾ ਵੀ ਖਾਣ ਨੂੰ ਜੀ ਕੀਤਾ ਤੇ ਉਧਰੋਂ ਮੇਰੀ ਜਾਨ ਨਿਕਲ ਗਈ ਤੇ ਮੇਰੀ ਸੁਰਤੀ ਮਾਸ ਵਿੱਚ ਰਹਿ ਗਈ। ਜਮਦੂਤ ਮੈਨੂੰ ਪਕੜ ਕੇ ਲੈ ਗਏ। ਧਰਮਰਾਜ ਨੇ ਮੈਨੂੰ ਪੁੱਛਿਆ, ਤੈਨੂੰ ਕੀ ਚਾਹੀਦਾ ਹੈ? ਤੇ ਮੇਰੇ ਮੂੰਹ ਦੇ ਵਿੱਚੋਂ ਨਿਕਲ ਗਿਆ ਕਿ ਮਾਸ। ਧਰਮਰਾਜ ਕਹਿੰਦਾ, ਤੈਨੂੰ ਬਘਿਆੜ ਬਣਾ ਦਿੰਦਾ ਹਾਂ, ਫਿਰ ਤੂੰ ਜਿੰਨਾ ਮਰਜ਼ੀ ਮਾਸ ਖਾ ਲਵੀਂ। ਪੁੱਤਰ 6 ਸਾਲ ਹੋ ਗਏ ਮੈਨੂੰ ਬਘਿਆੜ ਬਣੇ ਨੂੰ, ਮੈਨੂੰ ਕੋਈ ਸ਼ਰਾਧ ਨਹੀਂ ਮਿਲਦਾ। ਦੁਨੀ ਚੰਦ ਢਿੱਲਾ ਜਿਹਾ ਹੋ ਕੇ ਪੁੱਛਣ ਲੱਗਾ, ਬਾਪੂ ਤੇਰਾ ਉਧਾਰ ਕਿਵੇਂ ਹੋਵੇਗਾ? ਉਹ ਕਹਿੰਦਾ, ਇਸ ਪ੍ਰਸ਼ਾਦ ਤੇ ਗੁਰੂ ਜੀ ਦੀ ਦ੍ਰਿਸ਼ਟੀ ਪਈ ਹੋਈ ਹੈ। ਮੈਂ ਇਹ ਪ੍ਰਸ਼ਾਦ ਖਾ ਕੇ ਬੈਕੁੰਠ ਚਲੇ ਜਾਣਾ ਹੈ ਤੇ ਤੂੰ ਘਰੇ ਜਾ ਕੇ ਗੁਰੂ ਜੀ ਦੀ ਚਰਨ ਪੌੜ ਲੈ, ਤੇਰਾ ਜਨਮ ਮਰਨ ਕੱਟਿਆ ਜਾਵੇਗਾ। ਜਦੋਂ ਬਘਿਆੜ ਨੇ ਉਹ ਪ੍ਰਸ਼ਾਦ ਛਕਿਆ ਤਾਂ ਉਸ ਸਮੇਂ ਹੀ ਉਸਨੇ ਸਰੀਰ ਛੱਡ ਦਿੱਤਾ ਤੇ ਉਸਦੀ ਰੂਹ ਦੇਵਲੋਕ ਨੂੰ ਚਲੀ ਗਈ। ਦੁਨੀ ਚੰਦ ਘਰੇ ਆਇਆ ਤੇ ਆ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਘਰ ਵਾਲੀ ਨੂੰ ਆਵਾਜ਼ ਮਾਰੀ ਤੇ ਕਿਹਾ, ਕਰਮਾਂ ਵਾਲੀਏ ਆਪਾਂ ਤਾਂ ਭੁੱਲੇ ਹੀ ਰਹੇ,
ਇਹ ਤਾਂ ਆਪ ਰੱਬ ਆਪਣੇ ਘਰੇ ਆਇਆ ਹੈ। ਆਪਾਂ ਗਲਤੀ ਕੀਤੀ ਜੋ ਰੱਬ ਨੂੰ ਹੇਠਾਂ ਬਿਠਾਇਆ ਹੈ। ਜਲਦੀ ਨਾਲ ਮੰਜਾ ਲੈ ਕੇ ਆ। ਮੰਜਾ ਲਿਆਂਦਾ ਗਿਆ, ਵਿਛਾਈ ਕੀਤੀ ਗਈ, ਸਿਰਹਾਣੇ ਲਾਏ ਗਏ। ਦੁਨੀ ਚੰਦ ਨੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖਿਆ ਤੇ ਬੇਨਤੀਆਂ ਕੀਤੀਆਂ। ਗੁਰੂ ਜੀ, ਸਾਡੇ ਕੋਲੋਂ ਭੁੱਲ ਹੋ ਗਈ, ਸਾਨੂੰ ਆਪ ਜੀ ਦੀ ਪਛਾਣ ਨਾ ਆਈ। ਆਪ ਜੀ ਕਿਰਪਾ ਕਰਕੇ ਮੰਜੇ ਤੇ ਬੈਠੋ। ਗੁਰੂ ਜੀ ਕਹਿੰਦੇ, ਅਸੀਂ ਤਾਂ ਇੱਥੇ ਹੀ ਠੀਕ ਹਾਂ। ਦੁਨੀ ਚੰਦ ਕਹਿੰਦਾ, ਜੀ ਤੁਸੀਂ ਤਾਂ ਠੀਕ ਹੋ, ਪਰ ਮੈਂ ਨਹੀਂ ਠੀਕ। ਪੰਡਿਤ ਸਾਰੇ ਪੁੰਜੇ ਬੈਠੇ ਹਨ ਅਤੇ ਗੁਰੂ ਜੀ ਮੰਜੇ ਦੇ ਉੱਪਰ ਆਸਣ ਤੇ ਬੈਠ ਗਏ। ਸਭ ਤੇ ਉੱਚਾ ਆਸਣ ਤੇਰਾ, ਤੂੰ ਸਭ ਦਾ ਸਰਤਾਜ। ਸਭ ਅਵਤਾਰ ਤੇਰੀ ਉਸਤਤ ਕਰਦੇ, ਤੂੰ ਸੱਚਾ ਮਹਾਰਾਜ। ਪੰਡਿਤ ਵੀ ਸਾਰੇ ਖੁਸ਼ ਹੋਏ ਤੇ ਉਹਨਾਂ ਨੇ ਵੀ ਗੁਰੂ ਜੀ ਦੀ ਪਰਿਕਰਮਾ ਕੀਤੀ। ਗੁਰੂ ਜੀ ਨੇ ਦੁਨੀ ਚੰਦ ਨੂੰ ਬਚਨ ਕੀਤਾ, ਦੁਨੀ ਚੰਦਾ, ਅਸੀਂ ਜਾਣਾ ਹੈ, ਜੇ ਕੁਝ ਮੰਗਣਾ ਹੈ ਤਾਂ ਮੰਗ ਲੈ। ਦੁਨੀ ਚੰਦ ਕਹਿੰਦਾ, ਜੀ ਚਰਨਾਂ ਦੀ ਪਹੁਲ ਅੰਮ੍ਰਿਤ ਬਖਸ਼ੋ। ਹਜੂਰ ਨੇ ਕਿਹਾ, ਹੋਰ ਕੁਝ ਮੰਗ ਲੈ। ਗੁਰੂ ਜੀ, ਮੈਨੂੰ ਆਪਣਾ ਨਾਮ ਦਿਓ, ਜਿਸ ਨਾਲ ਮੈਂ ਕਲਯੁਗ ਵਿੱਚ ਪਾਰ ਹੋ ਜਾਵਾਂ। ਗੁਰੂ ਜੀ ਨੇ ਚਰਨ ਪਹੁਲ ਬਖਸ਼ੀ ਤੇ ਨਾਮ ਦੀ ਦਾਤ ਦਿੱਤੀ। ਤੇ ਗੁਰੂ ਜੀ ਕਹਿੰਦੇ, ਲੈ ਦੁਨੀ ਚੰਦਾ, ਹੁਣ ਅਸੀਂ ਜਾਣਾ ਹੈ। ਦੁਨੀ ਚੰਦ ਕਹਿੰਦਾ, ਗਰੀਬ ਨਿਵਾਜ, ਮੱਛੀ ਬਚਦੀ ਨਾ ਪਾਣੀ ਨੀਰ ਤੋਂ ਬਿਨਾ। ਤੇਰਾ ਦੁਨੀ ਚੰਦ ਸੇਵਕ ਬਚਦਾ ਨਹੀਂ ਤੇਰੀ ਤਸਵੀਰ ਤੋਂ ਬਿਨਾ। ਗੁਰੂ ਜੀ, ਇੱਥੇ ਹੋਰ ਰਹੋ, ਮੈਂ ਤੁਹਾਨੂੰ ਜਾਣ ਨਹੀਂ ਦੇਣਾ। ਗੁਰੂ ਜੀ ਕਹਿੰਦੇ, ਦੁਨੀ ਚੰਦਾ, ਸੰਸਾਰ ਦੁਖੀ ਹੈ, ਮੈਂ ਕੱਲੇ ਕੱਲੇ ਨੂੰ ਨਾਮ ਦੀ ਦਾਤ ਦੇ ਕੇ ਤਾਰਨਾ ਹੈ। ਉਹ ਕਹਿੰਦਾ, ਜੀ ਕੁਝ ਸਮਾਂ ਹੋਰ ਰਹੋ, ਸਾਰੇ ਸ਼ਹਿਰ ਨੂੰ ਤਾਰੋ। ਗੁਰੂ ਜੀ ਕਹਿੰਦੇ, ਦੁਨੀ ਚੰਦਾ, ਜਿਹੜਾ ਤੂੰ ਮਾਣ ਕਰਦਾ ਸੀ ਕਿ ਪਿਓ ਦਾਦੇ ਦੀ ਕਮਾਈ, ਇਹ ਸਾਰੀ ਪਾਪ ਦੀ ਕਮਾਈ ਹੈ। ਇਹ ਸਾਰੀ ਕਮਾਈ ਕੱਢ ਦੇ, ਗਰੀਬਾਂ ਨੂੰ ਵਰਤਾ ਦੇ। ਤੂੰ ਪ੍ਰਸ਼ਾਦੇ ਦਾ ਲੰਗਰ ਲਾ ਦੇ, ਅਸੀਂ ਨਾਮ ਦਾ ਲੰਗਰ ਲਾਉਂਦੇ ਹਾਂ। ਫਿਰ ਗੁਰੂ ਜੀ 6 ਦਿਨ ਲਾਹੌਰ ਰਹੇ ਤੇ ਦੀਵਾਨ ਸਜਾਏ, ਦੁਖੀ ਦੁਨੀਆ ਦਾ ਉਧਾਰ ਕੀਤਾ, ਨਾਮ ਦੀ ਦਾਤ ਦਿੱਤੀ ਅਤੇ ਸਭ ਨੂੰ ਸੱਚਖੰਡ ਦਾ ਰਸਤਾ ਦਿੱਤਾ। ਫਿਰ ਗੁਰੂ ਜੀ ਨੇ ਬਚਨ ਕੀਤਾ, ਦੁਨੀ ਚੰਦਾ, ਅਸੀਂ ਜਾਣਾ ਹੈ। ਦੁਨੀ ਚੰਦ ਕਹਿੰਦਾ, ਜੀ ਇੱਥੇ ਰਹੋ। ਗੁਰੂ ਜੀ ਕਹਿੰਦੇ, ਜਿਸ ਨੇ ਸਾਨੂੰ ਰੱਖਣਾ ਹੋਵੇ ਉਸ ਨੂੰ ਫਿਰ ਬਚਨ ਮੰਨਣੇ ਪੈਂਦੇ ਹਨ। ਉਹ ਕਹਿੰਦਾ, ਜੀ ਕਰੋ ਬਚਨ। ਗੁਰੂ ਜੀ ਕਹਿੰਦੇ, ਇਹ ਹਵੇਲੀ ਤੇਰੀ ਹੇਰਾ ਫੇਰੀ ਦੀ ਹੈ, ਇਸ ਦੇ ਉੱਪਰ ਲਿਖ ਦੇ ਗੁਰੂ ਕੀ ਧਰਮਸ਼ਾਲਾ, ਤੇ ਆਪਣੀ ਹੱਕ ਦੀ ਕਮਾਈ ਕਰਕੇ ਇੱਕ ਕਮਰਾ ਪਾ ਕੇ ਉਸ ਵਿੱਚ ਰਹਿ। ਫਿਰ ਸਮਾਂ ਆਵੇਗਾ, ਅਸੀਂ ਤੈਨੂੰ ਸੱਚਖੰਡ ਵਿੱਚ ਥਾਂ ਦੇਵਾਂਗੇ। ਉਹ ਕਹਿੰਦਾ, ਗੁਰੂ ਜੀ, ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਮੈਂ ਵੀ ਤੇਰਾ, ਮੇਰਾ ਵੀ ਕੁਝ ਨਹੀਂ, ਜੋ ਕੁਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਿਆ, ਕਿਆ ਲਾਗੈ ਮੇਰਾ। ਗੁਰੂ ਜੀ ਬਹੁਤ ਖੁਸ਼ ਹੋਏ ਤੇ ਕਹਿੰਦੇ, ਤੂੰ ਸਾਡੇ ਸਾਰੇ ਬਚਨ ਮੰਨ ਲਏ, ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ। ਤੂੰ ਮੰਗ ਕੀ ਚਾਹੁੰਦਾ ਹੈ? ਉਹ ਕਹਿੰਦਾ, ਜੀ ਮੇਰੇ ਬਾਬੇ ਤੇ ਪੜਦਾਦੇ ਨੇ ਵੀ ਗੁਰੂ ਨਹੀਂ ਸੀ ਧਾਰਿਆ, ਉਹਨਾਂ ਦਾ ਵੀ ਉਧਾਰ ਕਰ ਦਿਓ। ਗੁਰੂ ਜੀ ਕਹਿੰਦੇ, ਦੁਨੀ ਚੰਦਾ, ਤੇਰੇ ਬਾਬੇ ਪੜਦਾਦੇ ਦੀ ਕਿਹੜੀ ਗੱਲ ਹੈ, ਤੂੰ ਸਾਡੇ ਸਾਰੇ ਬਚਨ ਮੰਨੇ। ਜਾ, ਅਸੀਂ ਬਚਨ ਕਰ ਦਿੰਦੇ ਹਾਂ। 7 ਕੁੱਲਾਂ ਤੇਰੀਆਂ, 7 ਤੇਰੇ ਨਾਨਕਿਆਂ ਦੀਆਂ, 7 ਤੇਰੇ ਦਾਦਕਿਆਂ ਦੀਆਂ। ਜਾ, ਤੇਰੀਆਂ 21 ਕੁੱਲਾਂ ਦਾ ਉਧਾਰ ਕੀਤਾ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸੋਝੀ ਬਖਸ਼ੀ ਕਿ ਸ਼ਰਾਧਾਂ ਦਾ ਪਿਤਰਾਂ ਨਾਲ ਕੋਈ ਸੰਬੰਧ ਨਹੀਂ ਤੇ ਨਾ ਹੀ ਸਿੱਖ ਧਰਮ ਵਿੱਚ ਇਸ ਦਾ ਕੋਈ ਅਰਥ ਹੈ। ਗੁਰੂ ਜੀ ਨੇ ਤਾਂ ਬਸ ਨਾਮ ਜਪਣ ਦਾ, ਧਰਮ ਦੀ ਕਿਰਤ ਕਰਨ ਦਾ ਤੇ ਵੰਡ ਕੇ ਛਕਣ ਦਾ ਹੀ ਉਪਦੇਸ਼ ਦਿੱਤਾ। ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਆਪਣੇ ਪੁੱਤਰ ਵਾਸਤੇ ਜ਼ਿਆਦਾ ਕਮਾਈ ਨਾ ਕਰ,
ਜੇ ਕਮਾਈ ਕਰਨੀ ਹੈ ਤਾਂ ਆਪਣੇ ਨਿੱਕੇ ਪੁੱਤਰ ਨੂੰ ਅੰਮ੍ਰਿਤ ਛਕਾ ਕੇ ਉਂਗਲ ਫੜ ਕੇ ਕਿਸੇ ਮਹਾਂਪੁਰਖਾਂ ਦੇ ਲੜ ਲਾ ਦੇ। ਬਾਬਾ ਜੀ ਕਹਿੰਦੇ, ਫਿਰ ਇਸ ਤੋਂ ਵੱਡੀ ਦੁਨੀਆ ਤੇ ਕੋਈ ਜਾਇਦਾਦ ਨਹੀਂ ਹੈ ਤੇਰੇ ਪੁੱਤਰ ਵਾਸਤੇ। ਪੁੱਤਰ ਲਈ ਸਭ ਤੋਂ ਵੱਡੀ ਜਾਇਦਾਦ ਇਹੀ ਹੈ ਕਿ ਮਹਾਂਪੁਰਖਾਂ ਦੀ ਸੰਗਤ ਦੇ ਜਾਣੀ। ਜੇ ਇਸੇ ਤਰ੍ਹਾਂ 4 ਪੀੜ੍ਹੀਆਂ ਤੱਕ ਸੰਗਤ ਕਰਦੇ ਰਹਿਣ ਤਾਂ 5ਵੀਂ ਪੀੜ੍ਹੀ ਵਿੱਚ ਉਹਨਾਂ ਦੇ ਘਰ ਮਹਾਂਪੁਰਖ ਪੈਦਾ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।